ਹਾਂਜੀ, ਐਜੂਕੇਸ਼ਨ ਦਾ ਗਿਆਨ ਚੈਨਲ 'ਤੇ ਤੁਹਾਡਾ ਸਵਾਗਤ ਕਰਦੇ ਹਾਂ। ਇਸ ਚੈਨਲ ਦੇ ਉੱਤੇ ਕੰਪਲੀਟ ਪੰਜਾਬੀ ਗ੍ਰਾਮਰ 5 ਦਿਨਾਂ ਦੇ ਵਿੱਚ ਕਰਵਾਈ ਜਾਵੇਗੀ, ਜਿਹਦੇ ਵਿੱਚ ਕਿ ਲਗਭਗ 555 ਪ੍ਰਸ਼ਨ ਹੋਣਗੇ। ਠੀਕ ਆ, ਅਤੇ ਜਿਸ ਦੇ ਵਿੱਚ ਕਿ ਆਪਾਂ ਸਭ ਤੋਂ ਪਹਿਲਾਂ ਇਸ ਵੀਡੀਓ ਦੇ ਵਿੱਚ ਵਿਆਕਰਨ ਦੇ ਜਿਹੜੇ 4 ਅੰਗ ਨੇ, ਜਿਨ੍ਹਾਂ ਦੇ ਵਿੱਚੋਂ ਕਿ ਪਹਿਲਾ ਅੰਗ ਆਉਂਦਾ ਗਾ ਧੁਨੀ ਬੋਧ, ਉਹਨਾਂ ਦੇ ਬਾਰੇ ਕੁਐਸਚਨ ਕਰਾਂਗੇ, ਜਿਹੜੇ ਕਿ ਸਵਰ, ਵਿਅੰਜਨ, ਖੰਡੀ ਤੇ ਅਖੰਡੀ ਧੁਨੀਆਂ ਨਾਲ ਸੰਬੰਧਿਤ ਹੋਣਗੇ। ਇਸ ਤੋਂ ਬਿਨਾਂ ਇਸ ਚੈਨਲ ਦੇ ਉੱਤੇ ਪੰਜਾਬ GK, ਮੈਂਟਲ ਐਬਿਲਿਟੀ, ਹਿਸਟਰੀ, ਜਿਓਗ੍ਰਾਫੀ, ਪੋਲੀਟੀਕਲ ਨਾਲ ਸੰਬੰਧਿਤ ਕੁਐਸਚਨ ਕਰਵਾਏ ਜਾਣਗੇ। ਇਸ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਬੈਲ ਆਈਕਨ ਬਟਨ ਦਬਾ ਲੈਣਾ, ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ। ਅਤੇ ਇਹ ਪੰਜਾਬ ਪੁਲਿਸ ਇੰਸਪੈਕਟਰ, ਪੰਜਾਬ ਕਾਂਸਟੇਬਲ, ਕਲਰਕ, ਆਂਗਨਵਾੜੀ ਸੁਪਰਵਾਈਜ਼ਰ, ਵੈਟਰਨਰੀ ਇੰਸਪੈਕਟਰ ਅਤੇ ਇਸ ਤੋਂ ਬਿਨਾਂ ਟੀਚਿੰਗ ਦੇ ਨਾਲ ਸੰਬੰਧਿਤ ਜਿੰਨਾ ਵੀ ਸਿਲੇਬਸ ਆ ਪੰਜਾਬੀ ਦਾ, ਉਹ ਸਾਰਾ ਕੰਪਲੀਟ ਇਸ ਚੈਨਲ 'ਤੇ ਕਰਵਾਇਆ ਜਾਵੇਗਾ। ਅੱਜ ਆਪਾਂ ਸ਼ੁਰੂ ਕਰਾਂਗੇ ਪੰਜਾਬੀ ਵਿਆਕਰਨ। ਹਾਂਜੀ, ਵਿਆਕਰਨ ਹਰ ਭਾਸ਼ਾ ਦਾ ਆਪਣਾ ਵਿਆਕਰਨ ਹੁੰਦਾ ਹੈ। ਭਾਸ਼ਾ ਕੀ ਆ? ਪਰਿਵਰਤਨਸ਼ੀਲ ਆ, ਠੀਕ ਆ, ਗਤੀਸ਼ੀਲ ਹੁੰਦੀ ਹੈ। ਸਮਾਂ ਬੀਤਣ ਦੇ ਨਾਲ ਇਹਦੇ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ। ਜੇ ਭਾਸ਼ਾ ਦੇ ਵਿੱਚ ਤਬਦੀਲੀਆਂ ਆਉਣਗੀਆਂ ਤਾਂ ਵਿਆਕਰਨ ਦੇ ਨਿਯਮਾਂ ਦੇ ਵਿੱਚ ਵੀ ਤਬਦੀਲੀਆਂ ਕਰਨੀਆਂ ਪੈਂਦੀਆਂ ਨੇ। ਭਾਸ਼ਾ ਦੇ ਕਿੰਨੇ ਅੰਗ ਨੇ? 4। ਯਾਦ ਰੱਖਣਾ ਕਿਹੜੇ ਕਿਹੜੇ ਨੇ? ਧੁਨੀਆਂ, ਸ਼ਬਦ, ਵਾਕ ਤੇ ਅਰਥ। ਇਹਨਾਂ ਦੇ ਸਮੂਹ ਤੋਂ ਹੀ ਵਿਆਕਰਨ ਦਾ ਸਰੂਪ ਬਣਦਾ ਗਾ। ਵਿਆਕਰਨ ਦੇ ਜਿਹੜੇ ਇਹ ਅੰਗ ਨੇ, ਇਹਨਾਂ ਵਿੱਚੋਂ ਪਹਿਲਾ ਅੰਗ ਆਉਂਦਾ ਗਾ ਧੁਨੀ ਬੋਧ, ਫਿਰ ਆਉਂਦਾ ਗਾ ਸ਼ਬਦ ਬੋਧ, ਫਿਰ ਆਉਂਦਾ ਗਾ ਸ਼ਬਦਾਂ ਦੀ ਅਰਥ ਪੱਖੋਂ ਵਿਆਖਿਆ ਕਰਨ ਵਾਲੇ ਨੂੰ ਅਰਥ ਬੋਧ, ਅਤੇ ਵਾਕਾਂ ਦੀ ਵਿਆਖਿਆ ਕਰਨ ਵਾਲੇ ਨੂੰ ਵਾਕ ਬੋਧ ਕਿਹਾ ਜਾਂਦਾ। ਇਹ 4 ਇਹਦੇ ਅੰਗ ਨੇਗੇ ਜਿਹੜੇ ਕਿ ਹਾਂਜੀ, ਧੁਨੀ ਬੋਧ। ਧੁਨੀ ਦਾ ਅਰਥ ਕੀ ਹੈ? ਆਵਾਜ਼। ਮਨੁੱਖ ਦੇ ਮੂੰਹ ਵਿੱਚੋਂ ਬੋਲਣ ਸਮੇਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਨੇ, ਉਹਨਾਂ ਨੂੰ ਵਿਆਕਰਨ ਦੇ ਵਿੱਚ ਕੀ ਕਿਹਾ ਜਾਂਦਾ ਗਾ? ਧੁਨੀਆਂ। ਪੰਜਾਬੀ ਦੀਆਂ ਸਾਰੀਆਂ ਧੁਨੀਆਂ ਨੂੰ ਕਿੰਨੇ ਵਰਗਾਂ ਦੇ ਵਿੱਚ ਵੰਡਿਆ ਜਾਂਦਾ ਗਾ? 2 ਵਰਗ ਨੇਗੇ, ਖੰਡੀ ਧੁਨੀਆਂ ਤੇ ਅਖੰਡੀ ਧੁਨੀਆਂ। ਜਿਹੜੀਆਂ ਖੰਡੀ ਧੁਨੀਆਂ ਨੇ ਉਹਦੇ ਅੱਗੇ 2 ਭਾਗ ਨੇ, ਸਵਰ ਧੁਨੀਆਂ, ਠੀਕ ਆ, ਤੇ ਵਿਅੰਜਨ ਧੁਨੀਆਂ। ਸਵਰ ਧੁਨੀਆਂ ਕਿਹੜੀਆਂ ਹੁੰਦੀਆਂ ਨੇ? ਜਿਸ ਦੇ ਉਚਾਰਨ ਵੇਲੇ ਸਾਹ ਉਚਾਰਨ ਅੰਗਾਂ ਦੀ ਕਿਸੇ ਖਾਸ ਰੁਕਾਵਟ ਤੋਂ ਬਿਨਾਂ ਨਿਕਲਦਾ ਗਾ, ਉਹਨੂੰ ਕੀ ਕਹਿੰਦੇ ਨੇ? ਸਵਰ ਧੁਨੀਆਂ। ਪੰਜਾਬੀ ਦੇ ਵਿੱਚ ਸਵਰ ਕਿੰਨੇ ਨੇ? 3। ਊੜਾ, ਆੜਾ, ਈੜੀ, ਇਹ 3 ਸਵਰ ਨੇ। ਪੰਜਾਬੀ ਵਿੱਚ ਸਵਰ ਧੁਨੀਆਂ ਕਿੰਨੀਆਂ ਨੇ? 10। ਕਿਹੜੀਆਂ ਕਿਹੜੀਆਂ ਨੇ? ਊੜੇ ਨਾਲ 3 ਨੇ, ਊੜੇ ਨੂੰ ਔਂਕੜ, ਊੜੇ ਨੂੰ ਦਲੈਂਕੜ, ਊੜੇ ਨੂੰ ਹੋੜਾ, ਠੀਕ ਆ। ਆੜੇ ਨਾਲ 4 ਨੇ, ਆੜਾ ਮੁਕਤਾ, ਆੜੇ ਨੂੰ ਕੰਨਾ, ਆੜੇ ਨੂੰ ਦਲਾਈਏ, ਆੜੇ ਨੂੰ ਘਨੌੜਾ, ਅਤੇ ਈੜੀ ਨਾਲ 3 ਨੇ, ਈੜੀ ਨੂੰ ਸਿਹਾਰੀ, ਬਿਹਾਰੀ ਤੇ ਲਾਂ। ਇਸ ਕਰਕੇ ਇਹ ਟੋਟਲ ਕਿੰਨੀਆਂ ਸਵਰ ਧੁਨੀਆਂ ਨੇ? 10। ਸਵਰ ਧੁਨੀਆਂ ਨੂੰ ਉਚਾਰਨ ਦੀ ਪਰੰਪਰਾਵਾਦੀ ਵਿਧੀ ਕਿਹੜੀ ਸੀ? ਯਾਦ ਰੱਖਣਾ, ਮਾਤਰਾ ਦੇ ਆਧਾਰ 'ਤੇ, ਠੀਕ ਆ। ਇਹ ਪਰੰਪਰਾਵਾਦੀ ਇਹਦੀ ਵਿਧੀ ਸੀਗੀ। ਅੱਗੇ ਆਉਂਦਾ ਗਾ ਮਾਤਰਾ ਕਿਹਨੂੰ ਕਹਿੰਦੇ ਨੇ? ਕਿਸੇ ਸਵਰ ਧੁਨੀ ਨੂੰ ਉਚਾਰਨ ਵੇਲੇ ਲੱਗਦੇ ਸਮੇਂ ਨੂੰ, ਜਦੋਂ ਉਚਾਰਦੇ ਹਾਂ ਸਮਾਂ ਲੱਗਦਾ ਗਾ, ਤਾਂ ਉਹਨੂੰ ਕੀ ਕਹਿੰਦੇ ਨੇ? ਮਾਤਰਾ ਕਹਿੰਦੇ ਨੇ। ਜਿਨ੍ਹਾਂ ਦੇ ਉਚਾਰਨ ਵੇਲੇ ਸਮਾਂ ਘੱਟ ਲੱਗਦਾ ਹੈ, ਉਹਨੂੰ ਕੀ ਕਹਿੰਦੇ ਨੇ? ਲਘੂ ਸਵਰ ਕਹਿੰਦੇ ਨੇ, ਠੀਕ ਆ। ਸਵਰ ਧੁਨੀਆਂ ਨੂੰ ਉਚਾਰਨ ਵੇਲੇ ਜਦੋਂ ਘੱਟ ਸਮਾਂ ਲੱਗਦਾ ਤਾਂ ਉਹਨਾਂ ਨੂੰ ਲਘੂ ਸਵਰ ਜਾਂ ਹਰਸਵ ਸਵਰ ਕਿਹਾ ਜਾਂਦਾ ਗਾ। ਲਘੂ ਸਵਰ ਧੁਨੀਆਂ ਕਿੰਨੀਆਂ ਨੇ ਪੰਜਾਬੀ ਦੇ ਵਿੱਚ? 3 ਨੇ, ਠੀਕ ਆ। ਆ, ਈ, ਊ, ਜਿਨ੍ਹਾਂ ਨੂੰ ਉਚਾਰਨ ਵੇਲੇ ਘੱਟ ਸਮਾਂ ਲੱਗਦਾ ਗਾ। ਅਤੇ ਦੀਰਘ ਸਵਰ ਧੁਨੀਆਂ ਪੰਜਾਬੀ ਦੇ ਵਿੱਚ ਕਿਹਨਾਂ ਨੂੰ ਕਿਹਾ ਜਾਂਦਾ ਗਾ? ਜਿਨ੍ਹਾਂ ਦੇ ਉਚਾਰਨ ਵੇਲੇ ਸਵਰ ਧੁਨੀਆਂ ਨਾਲੋਂ ਦੁੱਗਣਾ ਸਮਾਂ ਲੱਗੇ, ਉਹਨਾਂ ਨੂੰ ਕੀ ਕਹਿੰਦੇ ਨੇ? ਦੀਰਘ ਸਵਰ ਧੁਨੀਆਂ। ਪੰਜਾਬੀ ਵਿੱਚ ਦੀਰਘ ਸਵਰ ਧੁਨੀਆਂ ਕਿੰਨੀਆਂ ਨੇ? 7 ਨੇ। ਕਿਹੜੀਆਂ ਕਿਹੜੀਆਂ ਨੇ? ਆੜੇ ਨੂੰ ਕੰਨਾ, ਈੜੀ ਨੂੰ ਸਿਹਾਰੀ, ਈੜੀ ਨੂੰ ਬਿਹਾਰੀ ਵੀ, ਊੜੇ ਨੂੰ ਦਲੈਂਕੜ, ਈੜੀ ਨੂੰ ਲਾਂ, ਆੜੇ ਨੂੰ ਦਲਾਈਏ, ਊੜੇ ਨੂੰ ਹੋੜਾ, ਆੜੇ ਨੂੰ ਘਨੌੜਾ। ਨਾਸਕੀ ਸਵਰ ਜਿਨ੍ਹਾਂ ਦੇ ਉਚਾਰਨ ਵੇਲੇ ਆਵਾਜ਼ ਨੱਕ ਰਾਹੀਂ ਨਿਕਲੇ, ਉਹਨਾਂ ਨੂੰ ਕਹਿੰਦੇ ਨੇ ਨਾਸਕੀ ਸਵਰ। ਸਵਰ ਧੁਨੀਆਂ ਦੇ ਉਚਾਰਨ ਸਮੇਂ ਕਿਹੜੇ ਅੰਗ ਅਹਿਮ ਭੂਮਿਕਾ ਨਿਭਾਉਂਦੇ ਨੇ? ਇੱਕ ਜੀਭ ਆ, ਇੱਕ ਬੁੱਲ੍ਹ ਨੇ। ਮਾਤਰਾ ਦੇ ਆਧਾਰ 'ਤੇ ਸਵਰ ਧੁਨੀਆਂ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਗਾ?
ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਗਾ। ਹਾਂਜੀ, ਇਹ ਜਿਹੜਾ ਚਾਰਟ ਆ ਇਹਨੂੰ ਤੁਸੀਂ ਆਪਣੀ ਕਾਪੀ 'ਤੇ ਬਣਾ ਲੈਣਾ, ਨੋਟਸ ਤਿਆਰ ਕਰ ਲੈਣੇ ਨੇ, ਠੀਕ ਆ। ਬਹੁਤ ਇੰਪੋਰਟੈਂਟ ਆ ਇਹ, ਠੀਕ ਆ। ਹੁਣ ਆਪਾਂ ਉਚਾਰਨ ਸਥਾਨ ਦੇ ਪੱਖ ਤੋਂ ਸਵਰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਸਵਰਾਂ ਨੂੰ, ਤਾਂ ਉਹ ਕਿਹੜੇ ਨੇ? 3 ਭਾਗ ਨੇ, ਜਿਹਦੇ ਵਿੱਚ ਕਿ ਅਗਲੇ ਸਵਰ, ਪਿਛਲੇ ਸਵਰ ਤੇ ਵਿਚਕਾਰਲੇ ਸਵਰ। ਅਗਲੇ ਸਵਰ ਪੰਜਾਬੀ ਵਿੱਚ ਕਿੰਨੇ ਨੇ? 3। ਈੜੀ ਨੂੰ ਬਿਹਾਰੀ, ਈੜੀ ਨੂੰ ਲਾਂ, ਆੜੇ ਨੂੰ ਦਲਾਈਏ। ਤੇ ਪਿਛਲੇ ਸਵਰ ਪੰਜਾਬੀ ਵਿੱਚ ਕਿੰਨੇ ਨੇ? ਉਹ ਵੀ 3 ਨੇ, ਊੜੇ ਨੂੰ ਦਲੈਂਕੜ, ਊੜੇ ਨੂੰ ਹੋੜਾ ਤੇ ਆੜੇ ਨੂੰ ਘਨੌੜਾ। ਪਿਛਲੇ ਸਵਰਾਂ ਨੂੰ ਉਚਾਰਨ ਵੇਲੇ ਜੀਭ ਦਾ ਕਿਹੜਾ ਹਿੱਸਾ ਉੱਪਰ ਉੱਠਦਾ ਗਾ? ਉਹ ਉੱਠਦਾ ਗਾ ਪਿਛਲਾ। ਤੇ ਅਗਲੇ ਸਵਰਾਂ ਨੂੰ ਉਚਾਰਨ ਵੇਲੇ ਜੀਭ ਦਾ ਕਿਹੜਾ ਹਿੱਸਾ ਉੱਪਰ ਉੱਠਦਾ ਗਾ? ਅਗਲਾ। ਜਿਨ੍ਹਾਂ ਸਵਰਾਂ ਨੂੰ ਉਚਾਰਨ ਵੇਲੇ ਜੀਭ ਦਾ ਪਿਛਲਾ ਭਾਗ ਕਾਰਜਸ਼ੀਲ ਹੁੰਦਾ ਉਹਨਾਂ ਨੂੰ ਕੀ ਕਹਿੰਦੇ ਨੇ? ਵਿਚਕਾਰਲੇ ਸਵਰ। ਪੰਜਾਬੀ ਵਿੱਚ ਵਿਚਕਾਰਲੇ ਸਵਰ ਕਿੰਨੇ ਨੇ? 4 ਨੇਗੇ। ਊੜੇ ਨੂੰ ਔਂਕੜ, ਆੜਾ ਮੁਕਤਾ, ਆੜੇ ਨੂੰ ਕੰਨਾ, ਈੜੀ ਨੂੰ ਸਿਆਰੀ, ਠੀਕ ਆ। ਇਹ 4 ਵਿਚਕਾਰਲੇ ਸਵਰ ਨੇ ਪੰਜਾਬੀ ਦੇ ਵਿੱਚ, ਤੇ ਜਿਨ੍ਹਾਂ ਦੀ ਵੰਡ ਕੇ ਆਪਾਂ ਇਹ ਉਚਾਰਨ ਸਥਾਨ ਦੇ ਪੱਖ ਤੋਂ ਕੀਤੀ ਹੈ, ਤੇ 3 ਭਾਗਾਂ ਦੇ ਵਿੱਚ ਇਹ ਵੰਡੇ ਹੁੰਦੇ ਨੇ। ਹਾਂਜੀ, ਅੱਗੇ ਆਉਂਦੇ ਆ ਉਚਾਰਨ ਵਿਧੀ। ਉਚਾਰਨ ਵਿਧੀ ਦੇ ਆਧਾਰ 'ਤੇ ਆਪਾਂ ਪਹਿਲਾਂ ਜੀਭ ਦੇ ਆਧਾਰ 'ਤੇ ਤੇ ਫਿਰ ਬੁੱਲਾਂ ਦੇ ਆਧਾਰ 'ਤੇ ਇਹਨਾਂ ਦੀ ਵੰਡ ਕਰਾਂਗੇ। ਜਿਹੜੀ ਜੀਭ ਦੇ ਆਧਾਰ 'ਤੇ ਨੇ ਉਹ ਨੇਗੇ ਉੱਚੇ ਸਵਰ। ਪੰਜਾਬੀ ਵਿੱਚ ਕਿੰਨੇ ਨੇ? 2 ਨੇਗੇ। ਈੜੀ ਨੂੰ ਬਿਹਾਰੀ ਤੇ ਊੜੇ ਨੂੰ ਦਲੈਂਕੜ। ਅੱਧ ਉੱਚੇ ਕਿਹੜੇ ਨੇ? ਇਹਦੇ ਉਲਟ ਹੋ ਗਏ, ਈੜੀ ਨੂੰ ਸਿਹਾਰੀ ਤੇ ਊੜੇ ਨੂੰ ਔਂਕੜ। ਤੇ ਪੰਜਾਬੀ ਵਿੱਚ ਨੀਵੇਂ ਸਵਰ, ਨੀਵੇਂ ਸਵਰ ਕਿਹੜੇ ਆ? 3 ਆੜੇ ਵਾਲੇ ਨੇ, ਆੜੇ ਨੂੰ ਦਲਾਈਏ, ਆੜੇ ਨੂੰ ਕੰਨਾ ਤੇ ਆੜੇ ਨੂੰ ਘਨੌੜਾ, ਠੀਕ ਆ। ਨੀਵਿਆਂ ਦੇ ਵਿੱਚ ਊੜੇ ਤੇ ਈੜੀ ਵਾਲੇ ਨਹੀਂ ਹੈਗੇ। ਪੰਜਾਬੀ ਵਿੱਚ ਅੱਧ ਨੀਵੇਂ ਸਵਰ ਕਿਹੜੇ ਨੇ? ਈੜੀ ਨੂੰ ਬਿਹਾਰੀ, ਆੜਾ ਮੁਕਤਾ, ਊੜੇ ਨੂੰ ਹੋੜਾ। ਇਹ ਵੀ ਕਿੰਨੇ ਨੇ? 3 ਨੇ। ਉੱਚੇ ਸਵਰਾਂ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਗਾ? ਬੰਦ ਸਵਰ। ਤੇ ਨੀਵੇਂ ਸਵਰਾਂ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਗਾ? ਖੁੱਲ੍ਹੇ ਸਵਰ। ਉਚਾਰਨ ਵਿਧੀ ਦੇ ਪੱਖ ਤੋਂ, ਠੀਕ ਹੈ। ਫਿਰ ਬੁੱਲਾਂ ਦੇ ਆਧਾਰ 'ਤੇ, ਬੁੱਲਾਂ ਦੇ ਆਧਾਰ 'ਤੇ ਹੁੰਦੇ ਨੇ ਇਹ 2 ਪ੍ਰਕਾਰ ਦੇ, ਕਿਹੜੇ ਹੁੰਦੇ ਨੇ? ਗੋਲ ਸਵਰ। ਉਹ ਕਿੰਨੇ ਨੇ ਪੰਜਾਬੀ ਦੇ ਵਿੱਚ? 4। 3 ਊੜੇ ਵਾਲੇ ਨੇ, ਊੜੇ ਨੂੰ ਔਂਕੜ, ਊੜੇ ਨੂੰ ਦਲੈਂਕੜ, ਊੜੇ ਨੂੰ ਹੋੜਾ ਤੇ 1 ਆੜੇ ਨੂੰ ਘਨੌੜਾ। ਤੇ ਅਗੋਲ ਸਵਰ ਕਿਹੜੇ ਨੇ? 6। ਈੜੀ ਨੂੰ ਬਿਹਾਰੀ, ਈੜੀ ਨੂੰ ਲਾਂ, ਈੜੀ ਨੂੰ ਸਿਹਾਰੀ, ਆੜੇ ਨੂੰ ਦਲਾਈਏ, ਆੜੇ ਨੂੰ ਕੰਨਾ ਤੇ ਆੜਾ ਮੁਕਤਾ। ਇਹ 6 ਕਿਹੜੇ ਨੇ? ਅਗੋਲ ਸਵਰ ਨੇ। ਲਘੂ ਸਵਰ ਕਿਹੜੀ ਸਥਿਤੀ ਵਿੱਚ ਨਹੀਂ ਉਚਾਰੇ ਜਾਂਦੇ? ਅਖੀਰਲੀ ਸਥਿਤੀ ਦੇ ਵਿੱਚ। ਆ, ਈ, ਊ, ਇਹ 3 ਨੇਗੇ ਜਿਹੜੇ ਕਿ ਅਖੀਰਲੀ ਸਥਿਤੀ ਦੇ ਵਿੱਚ ਨਹੀਂ ਉਚਾਰੇ ਜਾਂਦੇ। ਕਿਹੜੇ 7 ਸਵਰ ਨੇ ਜਿਹੜੇ 3 ਸਥਿਤੀਆਂ ਦੇ ਵਿੱਚ ਉਚਾਰੇ ਜਾਂਦੇ ਨੇ? ਆਦਿ ਭਾਵ ਕਿ ਆਰੰਭ ਦੇ ਵਿੱਚ, ਮੱਧ ਦੇ ਵਿੱਚ ਤੇ ਅੰਤ ਦੇ ਵਿੱਚ। ਉਹ ਆ ਈੜੀ ਨੂੰ ਬਿਹਾਰੀ, ਈੜੀ ਨੂੰ ਲਾਂ, ਆੜੇ ਨੂੰ ਦਲਾਈਏ, ਆੜੇ ਨੂੰ ਕੰਨਾ, ਆੜੇ ਨੂੰ ਘਨੌੜਾ, ਊੜੇ ਨੂੰ ਹੋੜਾ, ਊੜੇ ਨੂੰ ਦਲੈਂਕੜ। ਇਹ ਕਿੰਨੇ ਨੇ? 7 ਨੇ, ਜਿਹੜੇ ਕਿ ਆਦਿ, ਮੱਧ ਤੇ ਅੰਤ 3 ਸਥਿਤੀਆਂ ਦੇ ਵਿੱਚ ਉਚਾਰੇ ਜਾਂਦੇ ਨੇ। ਹਾਂਜੀ, ਅੱਗੇ ਨੇ ਪੰਜਾਬੀ ਵਿੱਚ ਕਿੰਨੇ ਅਰਧ ਸਵਰ ਨੇ? ਉਹ ਨੇ 2, ਜਈਆ ਤੇ ਵਾਵਾ। ਉਹ ਯਾਦ ਰੱਖਣਾ, ਜਈਆ ਤੇ ਵਾਵਾ। ਅੱਗੇ ਆਉਂਦੇ ਇਹ ਸੀ ਆਪਣੇ ਸਵਰ। ਹੁਣ ਆਪਾਂ ਕਰਾਂਗੇ ਵਿਅੰਜਨ ਧੁਨੀਆਂ। ਵਿਅੰਜਨ ਧੁਨੀਆਂ ਦੇ ਉਚਾਰਨ ਵੇਲੇ ਉਚਾਰਨ ਅੰਗ ਸਾਹ ਵਿੱਚ ਕੀ ਆ? ਰੁਕਾਵਟ ਪਾਉਂਦੇ ਨੇ। ਉਹ ਕਿਹੜੇ ਕਿਹੜੇ ਅੰਗ ਨੇ? ਉਹਦੇ ਵਿੱਚ ਤਾਂ ਜੀਭ ਤੇ ਬੁੱਲਾਂ ਦੀ ਸਥਿਤੀ ਦੇ ਆਧਾਰ 'ਤੇ ਆਪਾਂ ਸਾਰੀ ਚਰਚਾ ਕੀਤੀ ਆ। ਇਹਦੇ ਵਿੱਚ ਕੰਠ ਪਠਾਰੀ, ਕਾਂ, ਮੂੰਹ ਪੋਲ, ਕੰਠ ਮਾਰਗ ਪੋਲ, ਦੰਦ, ਜੀਭ, ਬੁੱਲ ਤੇ ਸੁਰਜੰਤਰੀ। ਇਹਦੇ ਵਿੱਚ ਇਹ ਸਾਰੇ ਕੀ ਆ? ਉਚਾਰਨ ਅੰਗ ਨੇ। ਉਚਾਰਨ ਸਥਾਨ ਦੀ ਦ੍ਰਿਸ਼ਟੀ ਤੋਂ ਪੰਜਾਬੀ ਵਿਅੰਜਨ ਧੁਨੀਆਂ ਕਿੰਨੀਆਂ ਨੇ? 6 ਨੇ, ਠੀਕ ਆ। ਕੰਠੀ ਧੁਨੀਆਂ ਕਿਹੜੀਆਂ ਹਨ? ਜਿਨ੍ਹਾਂ ਨੂੰ ਉਚਾਰਨ ਵੇਲੇ ਜੀਭ ਦਾ ਪਿਛਲਾ ਹਿੱਸਾ ਗਾ ਕੋਮਲ ਤਾਲੂ ਨੂੰ ਸਪਰਸ਼ ਕਰਦਾ। ਕਿਹੜੇ ਨੂੰ? ਕੋਮਲ ਨੂੰ। ਕਿਹੜਾ ਗਾ? ਪਿਛਲਾ ਹਿੱਸਾ ਜੀਭ ਦਾ, ਤੇ ਸਾਹ ਦੀ ਹਵਾ ਨੂੰ ਰੋਕਦਾ ਗਾ। ਉਹ ਆ ਕੱਕਾ, ਖੱਖਾ, ਗੱਗਾ, ੰਗਈਆਂ। ਤੇ ਤਾਲਵੀ ਧੁਨੀਆਂ ਕਿਹੜੀਆਂ ਨੇ? ਚੱਚਾ, ਛੱਛਾ, ਜੱਜਾ, ਬਾਵਾ ਤੇ ਸੱਸਾ, ਜਿਹਦੇ ਵਿੱਚ ਦੰਦ ਪਠਾਰ ਤੇ ਸਖਤ ਤਾਲੂ ਤੇ ਜੀਭ ਤਿੰਨੇ ਸਾਹ ਦੀ ਹਵਾ ਨੂੰ ਰੋਕਦੇ ਨੇ। ਅੱਗੇ ਆਉਂਦੇ ਨੇ ਉਲਟ ਜੀਵੀ। ਉਲਟ ਜੀਵੀ ਆ ਟੈਂਕਾ, ਠੱਠਾ, ਡੱਡਾ, ਨਾਣਾ, ਲੱਲਾ, ਪੈਰ ਬਿੰਦੀ ਤੇ ਡਾੜਾ। ਜੀਭ ਦੀ ਨੋਕ ਪੁੱਠੇ ਪਾਸਿਓਂ ਸਖਤ ਤਾਲੂ ਨੂੰ ਛੂੰਹਦੀ ਆ। ਦੰਤੀ ਵਿਅੰਜਨ ਧੁਨੀਆਂ ਕਿਹੜੀਆਂ ਨੇ? ਤੱਤਾ, ਬੱਬਾ, ਦੱਦਾ, ਨੰਨਾ, ਲੱਲਾ, ਰਾਰਾ, ਸੱਸਾ। ਇਹ ਨੇ ਦੰਤੀ, ਦੰਦਾਂ ਦੇ ਨਾਲ। ਹੋਠੀ ਜਿਹੜੀਆਂ ਕਿ ਬੁੱਲਾਂ ਦੇ ਨਾਲ ਸੰਬੰਧਿਤ ਨੇ। ਪੱਪਾ, ਫੱਫਾ, ਬੱਬਾ, ਭੱਬਾ, ਮੰਮਾ। ਤੇ ਸੁਰਜੰਤਰੀ ਹੈਗਾ ਗਾ ਹਾਹਾ।
ਹਾਂਜੀ, ਹੁਣ ਹੈਗਾ ਗਾ ਉਚਾਰਨ ਵਿਧੀ ਜਾਂ ਉਚਾਰਨ ਢੰਗ ਦੇ ਅਨੁਸਾਰ ਜਿਹੜੀਆਂ ਵਿਅੰਜਨ ਧੁਨੀਆਂ ਨੇ, ਉਹਦੇ ਵਿੱਚੋਂ ਪਹਿਲਾਂ ਵਿਅੰਜਨਾਂ ਵਿੱਚੋਂ ਸਭ ਤੋਂ ਵੱਡੀ ਸ਼੍ਰੇਣੀ ਕਿਹੜੇ ਵਿਅੰਜਨਾਂ ਦੀ ਹੈ? ਢਕਵੇਂ ਵਿਅੰਜਨ, ਜਿਹੜੇ ਕਿ 15 ਨੇ। ਕੱਕੇ ਵਾਲੀ ਲਾਈਨ, ਚੱਚੇ ਵਾਲੀ, ਟਹਿਕੇ ਵਾਲੀ, ਤੱਤੇ ਵਾਲੀ, ਪੱਪੇ ਵਾਲੀ, ਇਹਨਾਂ ਦੇ ਹਰੇਕ ਦੇ ਪਹਿਲੇ 3-3 ਅੱਖਰ ਉਹ ਨੇ ਢਕਵੇਂ ਵਿਅੰਜਨ। ਠੀਕ ਆ, ਜਿਨ੍ਹਾਂ ਨੂੰ ਕ ਵਰਗ, ਚ ਵਰਗ, ਟ ਵਰਗ, ਤਾ ਵਰਗ ਤੇ ਪਾ ਵਰਗ ਦੇ ਵਿੱਚ ਵੰਡਿਆ ਜਾਂਦਾ ਗਾ। ਉਸ ਤੋਂ ਬਾਅਦ ਅਘੋਸ਼ ਵਿਅੰਜਨ ਕਿੰਨੇ ਨੇ? 5 ਨੇ। ਹਰੇਕ ਲਾਈਨ ਦਾ ਪਹਿਲਾ ਅੱਖਰ, ਜਿਵੇਂ ਕੱਕੇ ਵਾਲੀ ਦਾ ਕੱਕਾ, ਚੱਚੇ ਵਾਲੀ ਦਾ ਚੱਚਾ, ਟਹਿਕੇ ਵਾਲੀ ਦਾ ਟਹਿਕਾ, ਤੱਤੇ ਵਾਲੀ ਦਾ ਤੱਤਾ, ਪੱਪੇ ਵਾਲੀ ਦਾ ਪੱਪਾ। ਮਹਾਪ੍ਰਾਣ ਆਨੰਦੀ ਕਿਹੜੇ ਨੇ? ਹਰੇਕ ਲਾਈਨ ਦਾ ਦੂਜਾ ਅੱਖਰ, ਖੱਖਾ, ਛੱਛਾ, ਠੱਠਾ, ਥੱਥਾ, ਫੱਫਾ। ਤੇ ਨਾਦੀ ਅਲਪ ਪ੍ਰਾਣ ਕਿੰਨੇ ਨੇ? ਇਹ ਵੀ 5 ਨੇ, ਹਰੇਕ 5-5 ਨੇ ਇਹ। ਗੱਗਾ, ਜੱਜਾ, ਡੱਡਾ, ਦੱਦਾ, ਬੱਬਾ, ਹਰੇਕ ਲਾਈਨ ਦਾ ਤੀਜਾ ਅੱਖਰ। ਪੰਜਾਬੀ ਵਿੱਚ ਕਿੰਨੇ ਨਾਸਕੀ ਵਿਅੰਜਨ ਨੇ? ਉਹ ਵੀ 5 ਨੇ, ਹਰੇਕ ਲਾਈਨ ਦਾ ਐਂਡ ਵਾਲਾ ਅੱਖਰ। ਠੀਕ ਆ, ਊੜੇ ਆੜੇ ਵਾਲੀ ਨੂੰ ਛੱਡ ਕੇ ਬਾਕੀਆਂ ਲਾਈਨਾਂ ਦਾ ਐਂਡ ਵਾਲਾ ਅੱਖਰ। ਨਈਆਂ, ਨਾਣਾ, ngੰਗਾ, ਨੰਨਾ, ਮੰਮਾ। ਪਾਸੇਦਾਰ ਵਿਅੰਜਨ ਕਿੰਨੇ ਨੇ? 2 ਨੇ, ਲੱਲੇ ਪੈਰ ਬਿੰਦੀ ਤੇ ਲੱਲਾ। ਠੀਕ ਆ, ਕੰਬਵਾ ਵਿਅੰਜਨ ਕਿਹੜਾ ਗਾ? ਜਿਹੜਾ ਕਿ ਜੀਭ ਦੇ ਵਿੱਚ ਕੰਬਾ ਪੈਦਾ ਕਰਦਾ, ਉਹ ਰਾਰਾ 1। ਤੇ ਫਟਕਵਾ ਵਿਅੰਜਨ ਕਿਹੜਾ ਗਾ? ਡਾੜਾ, ਜੀਭ ਤਾਲੂ ਨੂੰ ਸਪਰਸ਼ ਕਰਦੀ ਆ। ਖਹਿਵੇ ਵਿਅੰਜਨ ਕਿੰਨੇ ਨੇ ਪੰਜਾਬੀ ਦੇ ਵਿੱਚ? 3 ਨੇ, ਸੱਸਾ, ਹਾਹਾ ਤੇ ਸੱਸੇ ਪੈਰ ਬਿੰਦੀ। ਤੇ ਸਰਕਵੇ ਵਿਅੰਜਨ ਕਿੰਨੇ ਨੇ? 2, ਯਈਆ ਤੇ ਵਾਵਾ। ਪੰਜਾਬੀ ਭਾਸ਼ਾ ਵਿੱਚ ਕੁੱਲ ਵਿਅੰਜਨ ਕਿੰਨੇ ਨੇ? 29 ਨੇ। ਪੰਜਾਬੀ ਭਾਸ਼ਾ ਵਿੱਚ ਦੁੱਤ ਵਿਅੰਜਨਾਂ ਨੂੰ ਕਿਸ ਚਿੰਨ੍ਹ ਰਾਹੀਂ ਪ੍ਰਗਟਾਇਆ ਜਾਂਦਾ ਗਾ? ਆਦਿਕ ਦੇ ਰਾਹੀਂ। ਕਿਹੜੇ ਚਿੰਨ੍ਹ ਰਾਹੀਂ? ਆਦਿਕ ਰਾਹੀਂ। ਹਾਂਜੀ, ਅਖੰਡੀ ਧੁਨੀਆਂ ਸੁਰਤੰਤਾਂ ਦੇ ਕੰਬਣ ਦੀ ਗਤੀ ਨੂੰ ਕੀ ਕਿਹਾ ਜਾਂਦਾ ਗਾ? ਪਿੱਚ ਜਾਂ ਤਾਣ। ਪਾੜਾ, ਬਿੱਥ, ਪਾੜਾ, ਪੜਾਕੂ ਅਰਥਾਂ ਦੇ ਵਿੱਚ ਫਰਕ ਪੈਂਦਾ ਗਾ। ਅੰਗਰੇਜ਼ੀ ਵਿੱਚ ਇਹਨੂੰ ਕੀ ਕਿਹਾ ਜਾਂਦਾ? ਵਲ ਕਿਹਾ ਜਾਂਦਾ ਗਾ। ਸੁਰ ਲਹਿਰ, ਵਾਕ ਸੁਰ ਵਿੱਚ ਅਰਥਾਂ ਦੇ ਵਿੱਚ ਫਰਕ ਪੈਂਦਾ ਗਾ। ਬੱਚਾ ਸਕੂਲ ਚਲਾ ਗਿਆ, ਇਹ ਕੀ ਇੱਕ ਸਧਾਰਨ ਵਾਕ ਆ। ਬੱਚਾ ਸਕੂਲ ਚਲਾ ਗਿਆ ਪ੍ਰਸ਼ਨਵਾਚਕ, ਬੱਚਾ ਸਕੂਲ ਚਲਾ ਗਿਆ ਵਿਸਮਿਕ। ਅਖੰਡੀ ਧੁਨੀਆਂ ਨਾਸਤਿਕਤਾ, ਵਲ, ਸੰਗਮ ਤੇ ਸੁਰ, ਇਹ ਅਖੰਡੀ ਹੁੰਦੀਆਂ ਨੇ। ਹਾਂਜੀ, ਇਹ ਆਪਣਾ ਅੱਜ ਦਾ ਜਿਹੜਾ ਟੌਪਿਕ ਆ ਉਹ ਖਤਮ ਹੋ ਚੁੱਕਿਆ ਗਾ। ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਨੇ, ਇਸ ਕਰਕੇ ਇਸ ਵੀਡੀਓ ਨੂੰ ਧਿਆਨ ਨਾਲ ਸੁਣਨਾ ਤੇ ਆਪਣੀ ਕਾਪੀ 'ਤੇ ਵੀ ਨੋਟ ਕਰ ਲੈਣਾ ਕੁਐਸਚਨ। ਤੇ ਇਸ ਤੋਂ ਬਿਨਾਂ ਆਪਣਾ ਕੱਲ੍ਹ ਦਾ ਟੌਪਿਕ ਹੋਵੇਗਾ ਸ਼ਬਦ ਬੋਧ, ਜਿਹਦੇ ਵਿੱਚ ਕਿ ਪ੍ਰਯੋਗ ਦੇ ਆਧਾਰ 'ਤੇ ਸ਼ਬਦ ਕਿੰਨੀ ਪ੍ਰਕਾਰ ਦੇ ਨੇ। ਠੀਕ ਆ, ਉਹ 8 ਪ੍ਰਕਾਰ ਦੇ ਨੇ। ਨਾਮ, ਪੜਨਾਮ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸਮਿਕ, ਉਹਨਾਂ ਦੇ ਬਾਰੇ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਤੇ ਵੈਰੀ ਇੰਪੋਰਟੈਂਟ ਕੁਐਸਚਨ ਕੰਪਲੀਟ ਕਰਾਂਗੇ। ਇਸ ਕਰਕੇ ਇਸ ਵੀਡੀਓ ਨੂੰ ਵੀ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਧੰਨਵਾਦ।